ਸਤਿ ਸ਼੍ਰੀ ਅਕਾਲ। ਮੈਂ ਦਲਜੀਤ ਕੌਰ, ਵੋਕੇਸ਼ਨਲ ਮਿਸਟਰਸ, ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਭਾਰ ਸਿੰਘਪੁਰਾ ਜਲੰਧਰ ਵਿਖੇ ਸੇਵਾਵਾਂ ਨਿਭਾ ਰਹੀ ਹਾਂ। ਅੱਜ ਅਸੀਂ ਇੰਪੋਰਟ ਐਕਸਪੋਰਟ ਮੈਨੇਜਮੈਂਟ ਟ੍ਰੇਡ ਦੇ ਅਧੀਨ 12ਵੀਂ ਕਲਾਸ ਦਾ ਸਬਜੈਕਟ ਇੰਪੋਰਟ ਮੈਨੇਜਮੈਂਟ ਦਾ 10ਵਾਂ ਟੌਪਿਕ ਕਰਨ ਜਾ ਰਹੇ ਹਾਂ। ਮੇਕਿੰਗ ਐਨ ਇਫੈਕਟਿਵ ਬਿਜ਼ਨਸ ਕੋਰਸਪੋਂਡੈਂਸ, ਭਾਵ ਪ੍ਰਭਾਵਸ਼ਾਲੀ ਵਪਾਰਕ ਪੱਤਰ ਵਿਹਾਰ ਬਣਾਉਣਾ। ਜਦੋਂ ਅਸੀਂ ਆਯਾਤ ਕਰਦੇ ਹਾਂ ਕੁਛ ਤਾਂ ਦੂਸਰੇ ਦੇਸ਼ ਵਿੱਚ ਅਸੀਂ ਕਿਸੇ ਕੰਪਨੀ ਦੇ ਕਿਸੇ ਪਰਸਨ ਦੇ ਨਾਲ ਗੱਲਬਾਤ ਕਰਨੀ ਹੈ ਕਿ ਸਾਨੂੰ ਕੀ ਚੀਜ਼ ਚਾਹੀਦੀ ਹੈ, ਅਸੀਂ ਕੀ ਆਰਡਰ ਲਾਣਾ ਹੈ, ਤੇ ਉਸ ਵੇਲੇ ਅਸੀਂ ਇਹ ਸਾਰੀ ਗੱਲਬਾਤ ਕਿਵੇਂ ਕਰ ਸਕਦੇ ਹਾਂ? ਚਿੱਠੀਆਂ ਦੇ ਥਰੂ ਜਾਂ ਈਮੇਲਸ ਦੇ ਥਰੂ। ਮੇਕਿੰਗ ਇਫੈਕਟਿਵ ਬਿਜ਼ਨਸ ਕੋਰਸਪੋਂਡੈਂਸ, ਭਾਵ ਪ੍ਰਭਾਵਸ਼ਾਲੀ ਵਪਾਰਕ ਪੱਤਰ ਵਿਹਾਰ ਬਣਾਉਣਾ। ਜਦੋਂ ਆਯਾਤ ਨਿਰਯਾਤ ਦਾ ਕਾਰੋਬਾਰ ਕੀਤਾ ਜਾਂਦਾ ਹੈ, ਦੇਸ਼ ਦੀਆਂ ਸਰਹੱਦਾਂ ਤੋਂ ਬਾਹਰ ਦੂਸਰੇ ਦੇਸ਼ ਨਾਲ ਪੱਤਰਾਂ ਅਤੇ ਈਮੇਲਸ ਦੁਆਰਾ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ, ਕਿਉਂਕਿ ਦੋ ਦੇਸ਼ਾਂ ਦੀ ਦੂਰੀ ਦੀ ਸਥਿਤੀ ਕਾਰਨ ਗੱਲਬਾਤ ਦਾ ਜ਼ਰੀਆ ਈਮੇਲ ਤੇ ਪੱਤਰ ਹੀ ਬਣਦੇ ਹਨ। ਹਾਂਜੀ ਬੱਚੇ, ਜਦੋਂ ਅਸੀਂ ਆਯਾਤ ਜਾਂ ਨਿਰਯਾਤ ਦਾ ਕੰਮ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਤੇ ਦੂਸਰੇ ਦੇਸ਼ ਵਿੱਚ ਬੈਠੇ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਿਵੇਂ ਕਰਨੀ ਹੈ, ਉਹ ਲਿਖਤੀ ਰੂਪ ਵਿੱਚ ਹੋਵੇਗੀ ਤਾਂ ਜ਼ਿਆਦਾ ਵਧੀਆ ਹੁੰਦਾ ਹੈ, ਕਿਉਂਕਿ ਸਾਡੇ ਕੋਲੇ ਪ੍ਰੂਫ ਰਹਿੰਦਾ ਕਿ ਅਸੀਂ ਕੀ ਆਰਡਰ ਕੀਤਾ ਸੀ ਤੇ ਸਾਨੂੰ ਕੀ ਡਿਲੀਵਰ ਹੋਇਆ। ਠੀਕ ਹੈ, ਤੇ ਈਮੇਲਸ ਤੇ ਜਿਹੜੇ ਪੱਤਰ ਆ ਅਸੀਂ ਲਿਖਤੀ ਰੂਪ ਵਿੱਚ ਭਾਵੇਂ ਉਹ ਕੰਪਿਊਟਰ ਰਾਹੀਂ ਭੇਜਦੇ ਹਾਂ ਜਾਂ ਡਾਕਘਰ ਰਾਹੀਂ ਭੇਜਦੇ ਹਾਂ, ਉਹ ਚਿੱਠੀਆਂ ਦਾ ਸਾਡੇ ਕੋਲ ਸਬੂਤ ਰਹਿੰਦਾ, ਪ੍ਰੂਫ ਰਹਿੰਦਾ, ਤੇ ਉਹਦੇ ਵਿੱਚ ਫਿਰ ਕਿਸੇ ਵੀ ਪ੍ਰੋਬਲਮ ਦਾ ਹੋਣਾ ਘਟ ਜਾਂਦਾ ਹੈ ਕਿ ਕੋਈ ਫਰਾਡ ਹੋ ਜਾਵੇ ਜਾਂ ਕੁਛ ਹੋ ਜਾਵੇ ਤਾਂ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਉਹ ਸਾਰਾ ਮਟੀਰੀਅਲ ਅਵੇਲੇਬਲ ਹੁੰਦਾ ਹੈ ਕਿ ਅਸੀਂ ਕੀ ਆਰਡਰ ਕੀਤਾ ਸੀ ਤੇ ਸਾਨੂੰ ਕੀ ਮਿਲਿਆ ਹੈ ਫਾਈਨਲੀ। ਜਿਵੇਂ ਆਯਾਤ ਆਰਡਰ ਦੇਣਾ, ਕੋਟੇਸ਼ਨਾਂ ਅਤੇ ਅਨੁਮਾਨ ਦੇਣੇ, ਗ੍ਰਾਹਕ ਨੂੰ ਕੀਮਤਾਂ ਵਿੱਚ ਤਬਦੀਲੀ ਬਾਰੇ ਸੂਚਿਤ ਕਰਨਾ, ਪੁੱਛਗਿੱਛ ਕਰਨਾ, ਸ਼ਿਕਾਇਤਾਂ ਕਰਨਾ, ਨਵੇਂ ਉਤਪਾਦ ਦੀ ਜਾਣਕਾਰੀ ਗ੍ਰਾਹਕਾਂ ਨੂੰ ਦੇਣਾ ਆਦਿ। ਜਦੋਂ ਅਸੀਂ ਬੱਚੇ ਕੋਈ ਆਰਡਰ ਪਲੇਸ ਕਰਦੇ ਹਾਂ, ਅਸੀਂ ਪ੍ਰੋਡਕਟ ਖਰੀਦਣ ਲੱਗੇ ਹਾਂ ਤੇ ਉਹਦਾ ਆਰਡਰ ਪਲੇਸ ਕਰਨਾ ਤੇ ਉਹ ਅਸੀਂ ਲੈਟਰ ਜਾਂ ਈਮੇਲ ਦੇ ਰਾਹੀਂ ਕਰ ਸਕਦੇ ਹਾਂ। ਕੋਟੇਸ਼ਨਾਂ ਅਤੇ ਅਨੁਮਾਨ ਕੀ ਹੁੰਦੇ ਆ? ਕੋਟੇਸ਼ਨਾਂ ਇੱਕ ਪੇਪਰ ਦੀ ਫਾਰਮ ਦੇ ਵਿੱਚ ਕੋਟੇਸ਼ਨ ਹੁੰਦੀ ਹੈ, ਉਹਦੇ ਵਿੱਚ ਉਸ ਪ੍ਰੋਡਕਟ ਦੀ ਪੂਰੀ ਜਾਣਕਾਰੀ ਹੁੰਦੀ ਹੈ, ਪਲੱਸ ਉਹਦਾ ਰੇਟ ਹੁੰਦਾ, ਉਹਦੀ ਕੁਆਲਿਟੀ ਕੀ ਆ, ਕੀ ਉਹਨੂੰ ਬਣਾਉਣ ਦੇ ਵਿੱਚ ਯੂਜ਼ ਹੋਇਆ, ਸਾਰੀ ਡਿਟੇਲ ਹੁੰਦੀ ਹੈ। ਠੀਕ ਹੈ, ਅਸੀਂ ਉਹ ਲਿਖਤੀ ਰੂਪ ਵਿੱਚ ਉਹ ਪੇਪਰ ਮੰਗਵਾ ਲੈਂਦੇ ਵੱਖ-ਵੱਖ ਕੰਪਨੀਆਂ ਤੋਂ। ਮੰਨ ਲਓ ਅਸੀਂ ਇੱਕ ਜਨਰੇਟਰ ਸੈੱਟ ਖਰੀਦਣਾ ਹੈ, ਜੈਨ ਸੈੱਟ ਕਹਿ ਸਕਦੇ ਹਾਂ ਅਸੀਂ ਉਹਨੂੰ, ਜਨਰੇਟਰ ਖਰੀਦ ਰਹੇ ਹਾਂ ਹੈਵੀ ਡਿਊਟੀ ਆਪਣੀ ਕੰਪਨੀ ਚਲਾਉਣ ਲਈ, ਤੇ ਅਸੀਂ ਜਿਹੜੀਆਂ ਕੰਪਨੀਆਂ ਉਹ ਜਿਹੜਾ ਜਨਰੇਟਰ ਸੈੱਟ ਵੇਚ ਰਹੀਆਂ ਆ, ਮੰਨ ਲਓ ਇੱਕ ਜਾਪਾਨ ਦੀ ਕੰਪਨੀ ਹੈ, ਇੱਕ ਅਮਰੀਕਾ ਦੀ ਹੈ, ਇੱਕ ਇੰਡੀਆ ਦੀ, ਅਸੀਂ ਤਿੰਨਾਂ ਕੋਲੋਂ ਰੇਟ ਮੰਗਾ ਲਏ, ਉਹਨਾਂ ਨੇ ਵੱਖਰੇ ਵੱਖਰੇ ਰੇਟ ਸਾਨੂੰ ਦਿੱਤੇ, ਪਲੱਸ ਆਪਣੇ ਪ੍ਰੋਡਕਟ ਦੀ ਕੁਆਲਿਟੀ ਤੇ ਸਾਰੀ ਡਿਟੇਲ ਵੀ ਦਿੱਤੀ ਕੋਟੇਸ਼ਨ ਦੇ ਵਿੱਚ। ਸਾਨੂੰ ਜਿਹਦੀ ਕੁਆਲਿਟੀ ਅੱਛੀ ਲੱਗੇਗੀ, ਜਿਹਦਾ ਰੇਟ ਅੱਛਾ ਲੱਗੇਗਾ, ਅਸੀਂ ਉਹਨੂੰ ਆਰਡਰ ਪਲੇਸ ਕਰ ਦਿਆਂਗੇ। ਅਨੁਮਾਨ ਕੀ ਹੁੰਦਾ ਕਿ ਹੁਣ ਅਸੀਂ ਆਯਾਤ ਕਰ ਰਹੇ ਹਾਂ ਤੇ ਮੰਨ ਲਓ ਇਹ ਪੂਰੀ ਪ੍ਰੋਸੈਸ ਦੇ ਵਿੱਚ ਸਾਡਾ ਕੀ ਖਰਚਾ ਆਏਗਾ, ਅਸੀਂ ਉਹਦਾ ਐਸਟੀਮੇਟ ਮੰਗ ਲੈਂਦੇ ਹਾਂ, ਅਨੁਮਾਨ ਮੰਗ ਲੈਂਦੇ ਹਾਂ। ਅਨੁਮਾਨ ਨੂੰ ਇੰਗਲਿਸ਼ 'ਚ ਐਸਟੀਮੇਟ ਕਹਿੰਦੇ ਆ। ਐਸਟੀਮੇਟ ਜਿਹੜਾ ਹੁੰਦਾ ਉਹ ਇੱਕ ਲਗਭਗ ਖਰਚਾ ਹੁੰਦਾ ਕਿ ਤੁਹਾਡਾ ਪੂਰੀ ਪ੍ਰੋਸੈਸ ਤੇ ਲਗਭਗ ਇੰਨਾ ਕੁ ਖਰਚਾ ਆ ਜਾਏਗਾ। ਉਹ ਐਗਜ਼ੈਕਟ ਨਹੀਂ ਹੁੰਦਾ, ਪਰ ਇੱਕ ਸਾਨੂੰ ਫਿਗਰ ਮਿਲ ਜਾਂਦੀ ਹੈ ਕਿ ਹਾਂ ਇੰਨੇ ਕੁ ਰੇਟ ਦੇ ਵਿੱਚ ਇਹ ਕੰਮ ਸਾਡਾ ਹੋਏਗਾ। ਥੋੜ੍ਹਾ ਬਹੁਤ ਉਹ ਤੋਂ ਉੱਪਰ ਨੀਚੇ ਹੋ ਸਕਦਾ ਹੈ, ਬਟ ਇੱਕ ਅੰਦਾਜ਼ਾ ਸਾਡੇ ਕੋਲ ਪਹੁੰਚ ਜਾਂਦਾ ਹੈ। ਗ੍ਰਾਹਕਾਂ ਨੂੰ ਕੀਮਤਾਂ ਵਿੱਚ ਤਬਦੀਲੀਆਂ ਬਾਰੇ ਸੂਚਿਤ ਕਰਨਾ, ਮੰਨ ਲਓ ਅਸੀਂ 3 ਮਹੀਨੇ ਪਹਿਲਾਂ ਇੱਕ ਚੀਜ਼ ਖਰੀਦੀ, ਉਹ 10,000 ਦੀ ਸੀ, ਹੁਣ ਉਹ 11,000 ਦੀ ਹੋ ਗਈ, ਤੇ ਹੁਣ ਰੇਟ ਵਿੱਚ ਜੋ ਤਬਦੀਲੀ ਆਈ ਆ ਉਹ ਕੰਪਨੀ ਆਪਣੇ ਸਾਰੇ ਗਾਹਕਾਂ ਨੂੰ, ਜਿਹਨੂੰ ਉਹ ਚੀਜ਼ ਉਹ ਵੇਚਦੀ ਆ, ਉਹਨਾਂ ਨੂੰ ਇਨਫੋਰਮ ਕਰੇਗੀ ਕਿ ਇਹ ਜਿਹੜੀ ਚੀਜ਼ ਤੁਸੀਂ ਪਹਿਲਾਂ 10,000 'ਚ ਸਾਡੇ ਤੋਂ ਖਰੀਦ ਰਹੇ ਸੀ, ਹੁਣ ਉਹਦਾ ਰੇਟ ਵੱਧ ਕੇ 11 ਹੋ ਗਿਆ। ਸੋ ਚੇਂਜ ਜਿਹੜੀ ਆਉਂਦੀ ਆ ਕੀਮਤਾਂ ਦੇ ਵਿੱਚ, ਉਹਦੇ ਬਾਰੇ ਵੀ ਪੱਤਰ ਵਿਹਾਰ ਜਾਂ ਈਮੇਲ ਰਾਹੀਂ ਸੂਚਿਤ ਕੀਤਾ ਜਾ ਸਕਦਾ ਹੈ। ਪੁੱਛਗਿੱਛ ਕਰਨਾ, ਸਾਨੂੰ ਕੋਈ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਚਾਹੀਦੀ ਜਿਹੜਾ ਅਸੀਂ ਖਰੀਦ ਰਹੇ ਹਾਂ, ਤੇ ਉਹ ਸਾਰੀ ਗੱਲਬਾਤ ਅਸੀਂ ਈਮੇਲ ਰਾਹੀਂ ਜਾਂ ਲੈਟਰ ਰਾਹੀਂ ਕਰਾਂਗੇ। ਸ਼ਿਕਾਇਤਾਂ ਕਰਨਾ, ਮੰਨ ਲਓ ਅਸੀਂ ਕੋਈ ਪ੍ਰੋਡਕਟ
ਦਾ ਆਰਡਰ ਪਲੇਸ ਕੀਤਾ ਪਰ ਜਿਹੜਾ ਸਾਨੂੰ ਪ੍ਰੋਡਕਟ ਡਿਲੀਵਰ ਹੋਇਆ ਉਹਦੀ ਕੁਆਲਿਟੀ ਅੱਛੀ ਨਹੀਂ ਆ, ਜਾਂ ਉਹ ਟੁੱਟ ਗਿਆ ਆਉਂਦੇ ਆਉਂਦੇ, ਜਾਂ ਕੁਝ ਵੀ ਉਹਦੇ 'ਚ ਪ੍ਰੋਬਲਮ ਆ ਗਈ, ਤਾਂ ਅਸੀਂ ਉਹਦੀ ਸਾਰੀ ਸ਼ਿਕਾਇਤ ਕੰਪਨੀ ਨੂੰ ਕਰਨੀ ਆ, ਤਾਂ ਉਹ ਵੀ ਅਸੀਂ ਪੱਤਰ ਰਾਹੀਂ ਜਾਂ ਈਮੇਲ ਰਾਹੀਂ ਕਰ ਸਕਦੇ ਹਾਂ। ਨਵੇਂ ਉਤਪਾਦਾਂ ਦੀ ਜਾਣਕਾਰੀ ਗ੍ਰਾਹਕਾਂ ਨੂੰ ਦੇਣਾ। ਮੰਨ ਲਓ ਇੱਕ ਕੰਪਨੀ ਦੋ ਪ੍ਰੋਡਕਟ ਵੇਚ ਰਹੀ ਸੀ ਜਾਂ ਇੱਕ ਪ੍ਰੋਡਕਟ ਵੇਚ ਰਹੀ ਸੀ, ਹੁਣ ਉਹਨੇ ਦੋ ਨਵੇਂ ਪ੍ਰੋਡਕਟ ਲਾਂਚ ਕਰਤੇ ਮਾਰਕੀਟ ਦੇ ਵਿੱਚ। ਹੁਣ ਉਹ ਆਪਣੇ ਸਾਰੇ ਗ੍ਰਾਹਕਾਂ ਨੂੰ ਇਨਫੋਰਮ ਕਰੇਗੀ ਕਿ ਸਾਡੇ ਕੋਲ ਹੁਣ ਇਹ ਵੀ ਦੋ ਪ੍ਰੋਡਕਟ ਅਵੇਲੇਬਲ ਆ, ਜੇ ਤੁਸੀਂ ਇਹ ਸਾਡੇ ਕੋਲ ਖਰੀਦਣਾ ਚਾਹੋ ਤਾਂ ਇਨ ਫਿਊਚਰ ਖਰੀਦ ਸਕਦੇ ਆ। ਚਲਾਨ, ਸਟੇਟਮੈਂਟਸ, ਰਸੀਦਾਂ, ਕ੍ਰੈਡਿਟ ਨੋਟਸ, ਚੈੱਕ ਅਤੇ ਹੋਰ ਤਿਆਰ ਕੀਤੇ ਫਾਰਮਾਂ ਦੀ ਵਰਤੋਂ ਰੂਟੀਨ ਦੀਆਂ ਚੀਜ਼ਾਂ ਨਾਲ ਨਜਿੱਠਣ ਵੇਲੇ ਕੀਤੀ ਜਾਂਦੀ ਹੈ। ਚੀਜ਼ਾਂ ਦੇ ਵੇਰਵੇ ਭੁਗਤਾਨਾਂ ਨੂੰ ਭਰਨ ਦੀ ਜ਼ਰੂਰਤ ਹੁੰਦੀ ਹੈ। ਫਾਰਮਾਂ ਨੂੰ ਭਰਨ ਵਿੱਚ ਗਲਤੀਆਂ ਹੋ ਸਕਦੀਆਂ ਹਨ। ਸਮਾਨ ਨੂੰ ਆਵਾਜਾਈ ਵਿੱਚ ਨੁਕਸਾਨ ਹੋ ਸਕਦਾ ਹੈ। ਚੈੱਕ ਇੱਧਰ ਉੱਧਰ ਹੋ ਸਕਦੇ ਹਨ ਅਤੇ ਹੋਰ ਅਚਨਚੇਤ ਮੁਸੀਬਤਾਂ ਪੈਦਾ ਹੋ ਸਕਦੀਆਂ ਹਨ। ਇਹ ਰੋਜ਼ਾਨਾ ਹੋਣ ਵਾਲੀਆਂ ਆਮ ਘਟਨਾਵਾਂ ਹਨ। ਇਹਨਾਂ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ 'ਤੇ ਜਲਦ ਹੱਲ ਕੀਤੀਆਂ ਜਾ ਸਕਦੀਆਂ ਹਨ। ਫਿਰ ਵੀ ਰਸਮੀ ਤੌਰ 'ਤੇ ਗਲਤੀਆਂ ਨੂੰ ਸੁਧਾਰਨ ਜਾਂ ਚੀਜ਼ਾਂ ਦੇ ਵੇਰਵੇ ਸਪਸ਼ਟ ਕਰਨ ਲਈ ਪੱਤਰ ਵਿਹਾਰ ਜਾਂ ਈਮੇਲ ਕਰਨ ਦੀ ਜ਼ਰੂਰਤ ਪੈਂਦੀ ਹੈ। ਇੱਕ ਪ੍ਰਭਾਵਸ਼ਾਲੀ ਪੱਤਰ ਜਾਂ ਈਮੇਲ ਦੀ ਵਰਤੋਂ ਦੀ ਆਪਣੀ ਮਹੱਤਤਾ ਹੁੰਦੀ ਹੈ। ਹਾਂਜੀ ਬੱਚੇ, ਜੇ ਅਸੀਂ ਚਲਾਨ, ਸਟੇਟਮੈਂਟ, ਰਸੀਦਾਂ ਜਾਂ ਕ੍ਰੈਡਿਟ ਨੋਟਸ ਜਾਂ ਚੈੱਕ ਕੁਛ ਵੀ ਆਦਾਨ ਪ੍ਰਦਾਨ ਕਰਨਾ ਆ ਆਯਾਤ ਨਿਰਯਾਤ ਦੇ ਕਾਰੋਬਾਰ ਦੇ ਵਿੱਚ, ਤਾਂ ਇਹ ਸਾਰੇ ਜਿਹੜੇ ਰੂਟੀਨ ਦੇ ਕੰਮ ਆ, ਜਿਹੜੇ ਸਾਰੇ ਕੰਮ ਅਸੀਂ ਰੂਟੀਨ ਦੇ ਸਾਡੇ ਜਿਹੜੇ ਕੰਮ ਆ, ਇਹ ਅਸੀਂ ਈਮੇਲ 'ਚ ਜਾਂ ਪੱਤਰਾਂ ਦੇ ਰਾਹੀਂ ਕਰਦੇ ਹਾਂ। ਦੂਸਰੀ ਕੰਪਨੀ ਦੇ ਕੰਟੈਕਟ 'ਚ ਰਹਿੰਦੇ ਹਾਂ ਈਮੇਲ ਜਾਂ ਪੱਤਰ ਰਾਹੀਂ। ਫਾਰਮਾਂ ਨੂੰ ਭਰਨ ਵਿੱਚ ਕਈ ਵਾਰ ਗਲਤੀ ਹੋ ਜਾਂਦੀ ਆ, ਸਮਾਨ ਨੂੰ ਆਵਾਜਾਈ ਵਿੱਚ ਨੁਕਸਾਨ ਹੋ ਜਾਂਦਾ, ਕੁਝ ਟੁੱਟ ਜਾਂਦਾ, ਚੈੱਕ ਇੱਧਰ ਉੱਧਰ ਵੀ ਹੋ ਸਕਦੇ ਆ। ਸੋ ਸਾਡੇ ਮਤਲਬ ਇਹ ਹੈ ਕਿ ਕੰਮਕਾਰ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਸਕਦੀਆਂ, ਪਰ ਅਸੀਂ ਪੱਤਰ ਰਾਹੀਂ ਅਗਲੇ ਨੂੰ ਇਨਫੋਰਮ ਕਰਕੇ ਜਾਂ ਈਮੇਲ ਕਰਕੇ ਅਗਲੇ ਨੂੰ ਇਨਫੋਰਮ ਕਰ ਸਕਦੇ ਹਾਂ, ਅਤੇ ਅਸੀਂ ਉਹ ਜਿਹੜੀ ਗਲਤੀ ਹੋਈ ਆ ਉਹਨੂੰ ਸੁਧਾਰ ਕੇ ਈਮੇਲ ਕਰ ਸਕਦੇ ਹਾਂ ਜਾਂ ਦੁਬਾਰਾ ਭੇਜ ਸਕਦੇ ਹਾਂ। ਇਹਦਾ ਸਾਡੇ ਕੋਲ ਇੱਕ ਕਹਿ ਲਓ ਓਪਰਚੁਨਿਟੀ ਹੁੰਦੀ ਹੈ ਸਾਡੇ ਕੋਲ ਕਿ ਅਸੀਂ ਇੱਦਾਂ ਨਹੀਂ ਹੈ ਕਿ ਅਸੀਂ ਗਲਤ ਚੀਜ਼ ਹੀ ਮੰਗਾ ਲਈ ਜਾਂ ਗਲਤ ਸਾਨੂੰ ਡਿਲੀਵਰ ਹੋ ਗਈ। ਇਹ ਚੀਜ਼ਾਂ ਨੂੰ ਘੱਟ ਕਰਨ ਦੇ ਲਈ ਅਗਲੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ, ਅਤੇ ਗੱਲਬਾਤ ਅਸੀਂ ਈਮੇਲ ਜਾਂ ਪੱਤਰਾਂ ਰਾਹੀਂ ਕਰ ਸਕਦੇ ਹਾਂ। ਕੁਝ ਚੀਜ਼ਾਂ ਨੂੰ ਤਾਂ ਅਸੀਂ ਫੋਨ 'ਤੇ ਸੌਟ ਆਊਟ ਕਰ ਸਕਦੇ ਹਾਂ, ਪਰ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹਨਾਂ ਦੇ ਪ੍ਰੂਫ ਸਾਡੇ ਕੋਲ ਹੋਣੇ ਜ਼ਰੂਰੀ ਆ, ਉਹ ਈਮੇਲ ਜਾਂ ਪੱਤਰ ਹੀ ਹੋ ਸਕਦੇ ਆ। ਇਸ ਲਈ ਕੁਝ ਗੱਲਾਂ ਸਾਨੂੰ ਈਮੇਲਸ ਜਾਂ ਪੱਤਰਾਂ ਦੇ ਰਾਹੀਂ ਹੀ ਦੂਸਰੇ ਦੇਸ਼ ਵਿੱਚ ਬੈਠੇ ਕੰਪਨੀ ਦੇ ਜਿਹੜੇ ਬਿਜ਼ਨਸਮੈਨ ਹੈਗੇ ਆ ਉਹਨਾਂ ਨਾਲ ਕੀਤੀਆਂ ਉਹ ਗੱਲਾਂ ਜਾ ਸਕਦੀਆਂ। ਠੀਕ ਹੈ ਬੇਟਾ। ਹਾਂਜੀ, ਪ੍ਰਭਾਵਸ਼ਾਲੀ ਵਪਾਰਕ ਪੱਤਰ ਵਿਹਾਰ ਦੇ ਤਰੀਕੇ। ਹਾਂਜੀ ਬੱਚੇ, ਜਦੋਂ ਅਸੀਂ ਕੋਈ ਪੱਤਰ ਕਿਸੇ ਨੂੰ ਲਿਖਦੇ ਹਾਂ ਤੇ ਉਹਦੇ ਵਿੱਚ ਸਾਡੀ ਲੈਂਗੁਏਜ, ਸਾਡੀ ਲਿਖਤ ਉਹ ਬਹੁਤ ਵਧੀਆ ਹੋਵੇ ਤਾਂ ਉਹਦਾ ਬਹੁਤ ਅੱਛਾ ਅਸਰ ਆਉਂਦਾ ਹੈ। ਲੱਗਦਾ ਹੈ ਅਗਲੇ ਨੂੰ, ਪੜ੍ਹਨ ਵਾਲੇ ਨੂੰ, ਕਿ ਕਿਸੇ ਵਧੀਆ ਇਨਸਾਨ ਨੇ ਜਿਹੜਾ ਇਹ ਲੈਟਰ ਲਿਖਿਆ ਹੋਇਆ ਹੈ। ਉਹ ਇਫੈਕਟਿਵ ਕਿਵੇਂ ਹੋ ਸਕਦਾ? ਜਿਹੜਾ ਬਿਜ਼ਨਸ ਪੱਤਰ ਵਿਹਾਰ ਆ, ਜਿਹੜਾ ਬਿਜ਼ਨਸ ਕੋਰਸਪੋਂਡੈਂਸ ਆ, ਉਹ ਇਫੈਕਟਿਵ ਮਤਲਬ ਪ੍ਰਭਾਵਸ਼ਾਲੀ ਕਿਵੇਂ ਬਣਾਈ ਜਾ ਸਕਦੀ ਹੈ, ਇਹਦੇ ਬਾਰੇ ਅਸੀਂ ਪੜ੍ਹਾਂਗੇ। ਆਯਾਤ ਨਿਰਯਾਤ ਪ੍ਰਕਿਰਿਆ ਦੌਰਾਨ ਹੋਣ ਵਾਲੇ ਪੱਤਰ ਵਿਹਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹਾਂ। ਆਯਾਤਕਾਰ ਅਤੇ ਨਿਰਯਾਤਕਾਰ ਵਿਚਕਾਰ ਜੇ ਗੱਲਬਾਤ ਇੱਕ ਸਾਂਝੀ ਭਾਸ਼ਾ ਵਿੱਚ ਹੋਵੇ ਤਾਂ ਦੋਹਾਂ ਧਿਰਾਂ ਵਿਚਕਾਰ ਮੁਸ਼ਕਲਾਂ ਪੈਦਾ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਹੁਣ ਦੇਖੋ, ਇੱਕ ਇੰਡੀਅਨ ਬੰਦਾ ਹੈ, ਉਹਦੀ ਲੈਂਗੁਏਜ ਕੋਈ ਵੀ ਹੋ ਸਕਦੀ ਹੈ, ਵੱਖ-ਵੱਖ ਲੈਂਗੁਏਜਿਸ ਹੈਗੀਆਂ ਇੰਡੀਆ ਦੇ ਵਿੱਚ। ਅਮੈਰੀਕਨ ਜਿਹੜਾ ਬੰਦਾ ਉਹ ਮੰਨ ਲਓ ਅਮੈਰੀਕਾ ਦੇ ਵਿੱਚ ਅਸੀਂ ਬਿਜ਼ਨਸ ਕਰ ਰਹੇ ਹਾਂ ਅਤੇ ਉਹਨਾਂ ਦੀ ਲੈਂਗੁਏਜ ਹੋਰ ਹੈ, ਠੀਕ ਹੈ। ਅਤੇ ਜੇ ਦੋਨਾਂ ਧਿਰਾਂ ਦੀ ਲੈਂਗੁਏਜ ਮੰਨ ਲਓ ਇੰਗਲਿਸ਼ ਜਿਹੜੀ ਆ ਇੰਟਰਨੈਸ਼ਨਲ ਲੈਂਗੁਏਜ ਆ, ਅਤੇ ਉਹਦੇ ਵਿੱਚ ਜੇ ਗੱਲਬਾਤ ਹੋ ਰਹੀ ਹੈ ਦੋਨਾਂ ਧਿਰਾਂ ਨੂੰ ਵਧੀਆ ਅੰਡਰਸਟੈਂਡਿੰਗ ਆ ਲੈਂਗੁਏਜ ਦੀ, ਤਾਂ ਮੁਸ਼ਕਿਲਾਂ ਘੱਟ ਹੋ ਸਕਦੀਆਂ ਆ। ਆਯਾਤ ਕਰਨ ਵਾਲੇ ਨੂੰ ਅਤੇ ਨਿਰਯਾਤ ਕਰਨ ਵਾਲੇ ਨੂੰ ਦੋਹਾਂ ਨੂੰ ਸੌਖ ਹੋ ਸਕਦੀ ਹੈ, ਕਿਉਂਕਿ ਗੱਲਬਾਤ ਵਧੀਆ ਤਰੀਕੇ ਹੋ ਸਕਦੀ ਹੈ। ਜਿਹੜੀ ਭਾਸ਼ਾ ਆ ਉਹ ਪ੍ਰੋਬਲਮ ਦਾ ਕਾਰਨ
बहुत बार बन जाती है, बन सकती है। इसलिए जिहड़ी लैंगुएज आ बहुत वड्डा रोल प्ले करती है कि जिहड़ा तुसीं पत्तर लिख रहे हो अगले नूं समझ आ रहा कि नहीं आ रहा। सो ये कोशिश करनी चाहिए है कि दोनों धिरां नूं समझ आवे उस लैंगुएज दे विच तुसीं अपना पत्तर जां ईमेल लिखो। आयातकर्ता नूं पत्र विच इह स्पष्ट कर देना चाहिए है कि जो उत्पाद उसनूं चाहिए है उस दे की गुण होण, उस दे की फीचर होने चाहिए हैं, उसकी मियाद की होवेगी। मान लो हुण जिहड़ा सानूं प्रोडक्ट चाहिए आ, सानूं उहदे बारे सारी डिटेल च पहले ही गल कर लैनी चाहिए है कि सानूं उस चीज़ विच जिहड़ा प्रोडक्ट असीं मंगवा रहे हैं उहदे विच ये चीज़ां होणियां चाहिए, उहदे गुण होने चाहिए, ये उहदे च फीचर्स होने चाहिए आ ते उहदी मियाद की आ। ठीक है, वो सारी डिटेल च पहला ही गलबात कर लैनी चाहिए तां जो अगे जाके सानू कोई प्रॉब्लम ना आ सके। इसलिए पत्र दे विच जां ईमेल दे विच उस प्रोडक्ट की डिटेल जानकारी तुसीं लै लो। ठीक है, निर्यातकर्ता द्वारा भेजे जाने वाले पत्र विच सारी जानकारी सही ਅਤੇ स्पष्ट रूप विच होनी चाहिए है। हुण जिहड़ा बंदा निर्यात कर रहा वो अपने प्रोडक्ट की सारी जानकारी सानू प्रोवाइड करा रहा ईमेल दे राहीं जां पत्र दे राहीं, ते वो जिहड़ी जानकारी आ वो सही होवे, उहदे विच कुछ झूठ ना होवे, इदां ना होवे कि सानू उहने लिख के कुछ भेज रहा पर जदों असल दे विच साडे कोल प्रोडक्ट वो आवे ते वो चीज़ां सही ना होण। इसलिए जिहड़ी जानकारी निर्यातकार लैटर दे विच दे रहा वो स्पष्ट ते सही होनी चाहिए है, वो फेक नहीं होनी चाहिए। प्रभावशाली व्यापारक पत्र विहार के तरीके असीं पढ़ रहे हैं। निर्यातकर्ता द्वारा संचार ढंग भी पूर्व निश्चित किया होना चाहिए है अते हमेशा उस ढंग की ही वरतों करनी चाहिए है। निर्यातकार जिहड़ा आ वो आयातकार दे नाल पहले ही ये डिसाइड कर लवे कि संचार मतलब गलबात का साधन की होएगा, लैटर होएगी जां ईमेल होएगी, फिर सानू ते अगले नूं दोनों धिरां नूं सौखा रहिंदा है। निर्यातकर्ता द्वारा दिते जाने वाले विशेष आफरां ते छोटां बारे जानकारी नूं अलग रंग जां अलग आकार की वरतों नाल बाकी समग्री नालों वखरा रखना चाहिए है। हुण जिहड़ा निर्यातकार आ वो सानू कोटेशन भेज रहा, ਉਹਦਾ एक प्रोडक्ट की पूरी डिटेल रिटन फॉर्म च भेज रहा, वो रेट्स नूं और ਉਹਦੇ ਜਿਹੜੇ स्पैशल फीचर्स आ ਉਹਨਾਂ ਨੂੰ हाईलाइट कर सकता है ਜਾਂ ਉਹਦਾ अलग रंग पा सकता है लिखे होए विच, ਜਾਂ ਉਹਦੇ आकार ਵੱਡੇ ਛੋਟੇ करके बोल्ड करके सानू दस सकता कि ये चीज़ जिहड़ी चीज़ लैटर दे विच कुछ वक्री दिखेगी सानू अट्रैक्ट करेगी, असीं ਉਹਨੂੰ पढ़ांगे, असीं ਉਹਦੇ ते ध्यान देवांगे। इसलिए जे ਉਹਨੂੰ अलग कलर दे नाल हाईलाइट कीता होवे ਜਾਂ फिर ਉਹਨੂੰ बोल्ड कीता होवे तां ਉਹ वधिया रहिंदा है आयातकार लई ਉਹਨੂੰ समझना ते पढ़ना। आयातकर्ता ਅਤੇ निर्यातकर्ता विचकार किसी भी पुछगिछ का जवाब एक दूसरे नूं तुरंत देना चाहिए है तां जो किसी काम विच देरी ना हो सके। हुण आयातकार चीज़ां साडा प्रोडक्ट पैक कर रहा, उहनूं कुछ प्रॉब्लम आ रही है, कोई एड्रैस नहीं क्लीयर या कुछ भी, तो उन्होंने इमीडिएटली वो चाहिए है इनफॉर्मेशन, वो इमीडिएटली सानू मेल करता है, तो साडा फर्ज बनता है कि असीं वो जानकारी इमीडिएटली उन्होंने दे दईए तां जो वो जिहड़ा काम कर रहा उहदे विच देरी ना हो सके, वो काम डिले ना हो सके। जे डिले हुंदा उहदे विच साडा भी नुकसान हुंदा ते अगले दा भी। हाँ जी माय डियर स्टूडेंट्स, होप तुहानूं अज दा टॉपिक बहुत वधिया तरीके समझ लग्या होएगा। ये सारे का सारा टॉपिक तुसी कॉपीज़ दे विच एज इट इज़ नोट कर लिओ, ये नोट्स बना लिओ और इनू नाल दी नाल याद करते जाओ। तो आस करती हाँ तुहानूं सब नूं बहुत अच्छे तरीके समझ आएगी। इनू 2-3 बार इस प्रैजेंटेशन नूं सुनना ध्यान दे नाल। कोई भी जे तुहानूं लगदा है कि तुहानूं कुछ समझ नहीं आया जां कोई पॉइंट तुहानूं क्लीयर नहीं हो रहा, तो तुसी मेरे इस यूट्यूब चैनल ते जित्थों तुहानूं मैं लिंक भेजदी हाँ आगाज़ एजुकेशन, तुसी इत्थे कमेंट कर सकते हैं कि मैम ये टॉपिक सानूं जां ये पॉइंट सानूं इत्थों समझ नहीं आया, तो मैं नैक्सट वीडियो दे विच तुहानूं वो पॉइंट क्लीयर कर देंगी। जे तुहाडियां कुछ क्वेरीज होण तो वो तुसी मैनूं फ्रीली पूछ सकते हो। ठीक है राजे, थैंक यू सो मच।